ਸਤਿ ਸ਼੍ਰੀ ਅਕਾਲ ਦੋਸਤੋ, ਸਭ ਕਿੱਦਾਂ ਹੋ। ਰੱਬ ਅੱਗੇ ਅਰਦਾਸ ਕਰਦੀ ਹਾਂ ਕਿ ਸਭ ਆਪਣੀ ਆਪਣੀ ਥਾਂ ਸੁਰੱਖਿਅਤ ਰਹੋ। ਮੈਂ ਸੋਨੀਆ ਅੱਜ ਦੇ ਵਿਸ਼ੇ ਵਾਕ ਵੰਡ ਤੇ ਵਾਕ ਵਟਾਂਦਰਾ ਨੂੰ ਲੈ ਕੇ ਆਪਣੇ YouTube ਚੈਨਲ ਗਿਆਨ ਗੁਰਮੁਖੀ ਤੇ ਹਾਜ਼ਰ ਹਾਂ। ਆਓ ਸ਼ੁਰੂ ਕਰੀਏ। ਵਾਕ ਵੰਡ ਦੋਸਤੋ, ਵਾਕ ਵੰਡ ਦੋ ਪ੍ਰਕਾਰ ਨਾਲ ਕੀਤੀ ਜਾਂਦੀ ਹੈ, ਬਣਤਰ ਦੇ ਪੱਖ ਤੋਂ ਤੇ ਰੂਪ ਦੇ ਪੱਖ ਤੋਂ। ਬਣਤਰ ਦੇ ਆਧਾਰ ਤੇ ਵਾਕ ਤਿੰਨ ਪ੍ਰਕਾਰ ਦੇ ਹੁੰਦੇ ਹਨ: ਸਧਾਰਨ ਜਾਂ ਸਰਲ ਵਾਕ, ਸੰਯੁਕਤ ਵਾਕ ਤੇ ਮਿਸ਼ਰਿਤ ਵਾਕ। ਰੂਪ ਦੇ ਆਧਾਰ ਤੇ ਵਾਕਾਂ ਨੂੰ ਅਸੀਂ ਵੰਡ ਸਕਦੇ ਹਾਂ: ਹਾਂ ਵਾਚਕ ਵਾਕ, ਨਾ ਵਾਚਕ ਵਾਕ, ਪ੍ਰਸ਼ਨਵਾਚਕ ਵਾਕ, ਬਿਨੈਵਾਚਕ ਵਾਕ, ਵਿਸਮੇਵਾਚਕ ਵਾਕ ਤੇ ਇੱਛਾ ਸੂਚਕ ਵਾਕ। ਆਓ ਬਣਤਰ ਦੇ ਆਧਾਰ ਤੇ ਵਾਕ ਵੰਡ ਦੇਖੀਏ। ਸਧਾਰਨ ਜਾਂ ਸਰਲ ਵਾਕ, ਜਿਸ ਨੂੰ ਅੰਗਰੇਜ਼ੀ ਵਿੱਚ ਸਿੰਪਲ ਸੈਂਟੈਂਸ ਵੀ ਕਹਿੰਦੇ ਹਨ। ਸਧਾਰਨ ਵਾਕ, ਜਿਸ ਵਾਕ ਵਿੱਚ ਕੇਵਲ ਇੱਕ ਕਿਰਿਆ ਹੋਵੇ, ਜਿਵੇਂ ਲੋਕ ਮੇਲਾ ਵੇਖਣ ਗਏ, ਵਿਦਿਆਰਥੀ ਲਿਖਦਾ ਹੈ ਆਦਿ। ਇਹਨਾਂ ਵਾਕਾਂ ਵਿੱਚ ਗੱਲ ਨੂੰ ਬੜੇ ਸਧਾਰਨ ਢੰਗ ਨਾਲ ਕਿਹਾ ਜਾਂਦਾ ਹੈ। ਅਗਲਾ ਹੈ ਸੰਯੁਕਤ ਵਾਕ, ਜਿਸ ਨੂੰ ਅੰਗਰੇਜ਼ੀ ਵਿੱਚ ਕੰਪਾਊਂਡ ਸੈਂਟੈਂਸ ਕਹਿੰਦੇ ਹਨ। ਜਿਸ ਵਾਕ ਵਿੱਚ ਇੱਕ ਤੋਂ ਵੱਧ ਕਿਰਿਆ ਹੋਵੇ ਅਤੇ ਜਿਸ ਵਿੱਚ ਦੋ ਜਾਂ ਦੋ ਤੋਂ ਵੱਧ ਸੁਤੰਤਰ ਵਾਕਾਂ ਜਾਂ ਉਪਵਾਕਾਂ ਨੂੰ ਸਮਾਨ ਯੋਜਕਾਂ ਨਾਲ ਜੋੜਿਆ ਗਿਆ ਹੋਵੇ। ਇਹਨਾਂ ਵਿੱਚ ਵਾਕਾਂ ਨੂੰ ਅਲੱਗ-ਅਲੱਗ ਕਰਨ ਤੇ ਦੋਨੇ ਵਾਕ ਜਾਂ ਉਪਵਾਕ ਆਪਣਾ ਭਾਵ ਪੂਰਾ ਪ੍ਰਗਟ ਕਰਦੇ ਹਨ, ਭਾਵ ਉਹ ਅਧੂਰੇ ਨਹੀਂ ਵਾਪਰਦੇ, ਅਤੇ ਇਹ ਆਪਸ ਵਿੱਚ ਸਮਾਨ ਯੋਜਕਾਂ ਜਿਵੇਂ ਅਤੇ, ਤਾਵੀਂ, ਭਾਵੇਂ, ਚਾਹੇ, ਪਰੰਤੂ ਜਾਂ ਆਦਿ ਨਾਲ ਆਪਸ ਵਿੱਚ ਜੁੜੇ ਹੁੰਦੇ ਹਨ। ਜਿਵੇਂ ਰਾਮ ਨੇ ਲੇਖ ਲਿਖਿਆ ਤੇ ਸ਼ਾਮ ਨੇ ਕਵਿਤਾ ਲਿਖੀ। ਮਿਸ਼ਰਿਤ ਵਾਕ, ਜਿਸ ਨੂੰ ਕਿ ਅੰਗਰੇਜ਼ੀ ਵਿੱਚ ਕੰਪਲੈਕਸ ਸੈਂਟੈਂਸ ਕਹਿੰਦੇ ਹਨ। ਜਿਸ ਵਾਕ ਵਿੱਚ ਇੱਕ ਤੋਂ ਵੱਧ ਕਿਰਿਆ ਹੋਵੇ ਅਤੇ ਜਿਸ ਵਿੱਚ ਇੱਕ ਪ੍ਰਧਾਨ ਉਪਵਾਕ ਹੋਵੇ ਤੇ ਬਾਕੀ ਦੇ ਅਧੀਨ ਉਪਵਾਕ ਹੋਣ। ਉਹ ਯੋਜਕਾਂ ਰਾਹੀਂ ਇਸ ਤਰ੍ਹਾਂ ਜੁੜਨ ਕਿ ਪ੍ਰਧਾਨ ਉਪਵਾਕ ਦਾ ਹਿੱਸਾ ਬਣ ਜਾਣ, ਭਾਵ ਇਹਨਾਂ ਵਿੱਚ ਇੱਕ ਮੁੱਖ ਵਾਕ ਤੇ ਦੂਸਰਾ ਉਸ ਵਾਕ ਉੱਪਰ ਆਧਾਰਿਤ ਹੁੰਦਾ ਹੈ। ਵਾਕਾਂ ਨੂੰ ਅਲੱਗ-ਅਲੱਗ ਕਰਨ ਤੇ ਇੱਕ ਵਾਕ ਅਧੂਰਾ ਜਿਹਾ ਲੱਗਦਾ ਹੈ, ਭਾਵ ਉਸ ਵਿੱਚ ਜਿਗਿਆਸਾ ਛਿਪੀ ਰਹਿੰਦੀ ਹੈ। ਜਿਵੇਂ ਮੈਂ ਚਾਹੁੰਦੀ ਹਾਂ ਕਿ ਇਸ ਸਾਲ ਮੈਂ 12ਵੀਂ ਵਿੱਚੋਂ ਅੱਵਲ ਆਵਾਂ, ਤਾਂ ਇਸ ਵਿੱਚ ਦੋ ਵਾਕ ਮੈਂ ਚਾਹੁੰਦੀ ਹਾਂ, ਇਸ ਸਾਲ ਮੈਂ 12ਵੀਂ ਵਿੱਚੋਂ ਅੱਵਲ ਆਵਾਂ ਦੂਸਰਾ ਵਾਕ ਹੈ। ਤਾਂ ਮੈਂ ਚਾਹੁੰਦੀ ਹਾਂ ਵਾਕ ਸਾਨੂੰ ਜਿਗਿਆਸਾ ਵਧਾਉਂਦਾ ਹੈ ਕਿ ਕੀ ਚਾਹੁੰਦੀ ਹਾਂ। ਇਸ ਦੀ ਜਿਗਿਆਸਾ ਸਾਡਾ ਅਗਲਾ ਵਾਕ ਪੂਰਾ ਕਰਦਾ ਹੈ ਕਿ 12ਵੀਂ ਵਿੱਚੋਂ ਅੱਵਲ ਆਵਾਂ। ਇਸ ਤਰ੍ਹਾਂ ਦੋਸਤੋ, ਇਹ ਸਨ ਬਣਤਰ ਦੇ ਆਧਾਰ ਤੇ ਵਾਕਾਂ ਦੀਆਂ ਕਿਸਮਾਂ। ਹੁਣ ਅਸੀਂ ਰੂਪ ਦੇ ਆਧਾਰ ਤੇ ਵਾਕ ਦੀ ਕਿਸਮਾਂ ਨੂੰ ਦੇਖਦੇ ਹਾਂ। ਰੂਪ ਦੇ ਆਧਾਰ ਤੇ ਵਾਕ ਦੀਆਂ ਕਿਸਮਾਂ ਦੋਸਤੋ, ਜਦੋਂ ਅਸੀਂ ਇਹਨਾਂ ਵਾਕ ਕਿਸਮਾਂ ਨੂੰ ਦੇਖਦੇ ਹਾਂ ਤਾਂ ਸਾਨੂੰ ਨਾਂ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਵਾਕ ਕਿਸ ਤਰ੍ਹਾਂ ਦਾ ਹੋਵੇਗਾ। ਆਓ ਵੇਖੀਏ। ਪਹਿਲਾ ਹੈ ਹਾਂ ਵਾਚਕ ਵਾਕ, ਤੇ ਅੰਗਰੇਜ਼ੀ ਵਿੱਚ ਇਸ ਨੂੰ ਸਿੰਪਲ ਸੈਂਟੈਂਸ ਕਹਿੰਦੇ ਹਨ। ਇਹਨਾਂ ਵਾਕਾਂ ਵਿੱਚ ਗੱਲ ਨੂੰ ਸਿੱਧੇ ਰੂਪ ਵਿੱਚ ਕਿਹਾ ਜਾਂਦਾ ਹੈ, ਭਾਵ ਗੱਲ ਸਕਾਰਾਤਮਕ ਢੰਗ ਨਾਲ ਕਹੀ ਜਾਂਦੀ ਹੈ। ਜਿਵੇਂ ਮੈਂ ਸਕੂਲ ਜਾਂਦਾ ਹਾਂ। ਅਗਲੀ ਕਿਸਮ ਹੈ ਨਾ ਵਾਚਕ ਵਾਕ, ਅਰਥਾਤ ਨੈਗੇਟਿਵ ਸੈਂਟੈਂਸ। ਨਾ ਵਾਚਕ ਵਾਕ ਵਿੱਚ ਵਾਕ ਨੂੰ ਨਕਾਰਾਤਮਕ ਢੰਗ ਨਾਲ ਕਿਹਾ ਜਾਂਦਾ ਹੈ। ਜਿਵੇਂ ਜੇ ਮਿਹਨਤ ਨਹੀਂ ਕਰੋਗੇ ਤਾਂ ਪਾਸ ਨਹੀਂ ਹੋਵੋਗੇ। ਅਗਲਾ ਹੈ ਪ੍ਰਸ਼ਨਵਾਚਕ ਵਾਕ, ਇੰਟੈਰੋਗੇਟਿਵ ਸੈਂਟੈਂਸ। ਜਿਨ੍ਹਾਂ ਵਾਕਾਂ ਵਿੱਚ ਕੋਈ ਪ੍ਰਸ਼ਨ ਕੀਤਾ ਜਾਵੇ, ਜਿਵੇਂ ਤੁਹਾਡਾ ਨਾਂ ਕੀ ਹੈ, ਤੁਸੀਂ ਕਿਹੜੀ ਜਮਾਤ ਵਿੱਚ ਪੜ੍ਹਦੇ ਹੋ ਆਦਿ। ਲਿਖਣ ਸਮੇਂ ਇਹਨਾਂ ਵਾਕਾਂ ਦੇ ਪਿੱਛੇ ਡੰਡੀ ਦੀ ਥਾਂ ਪ੍ਰਸ਼ਨ ਚਿੰਨ੍ਹ ਦਾ ਪ੍ਰਯੋਗ ਕੀਤਾ ਜਾਂਦਾ ਹੈ। ਅਗਲਾ ਹੈ ਬਿਨੈਵਾਚਕ ਵਾਕ, ਇੰਪੈਰੇਟਿਵ ਸੈਂਟੈਂਸ। ਜਿਨ੍ਹਾਂ ਵਾਕਾਂ ਵਿੱਚ ਕੋਈ ਕੰਮ ਕਰਨ ਲਈ ਕਿਸੇ ਨੂੰ ਹੁਕਮ ਜਾਂ ਬੇਨਤੀ ਕੀਤੀ ਗਈ ਹੋਵੇ ਤਾਂ ਉਹਨਾਂ ਨੂੰ ਬਿਨੈਵਾਚਕ ਵਾਕ ਕਿਹਾ ਜਾਂਦਾ ਹੈ। ਜਿਵੇਂ ਕਿਰਪਾ ਕਰਕੇ ਇੱਕ ਗਲਾਸ ਪਾਣੀ ਪਿਆਓ, ਜਾਂ ਕਿਰਪਾ ਕਰਕੇ ਮੇਰੀ ਸਹਾਇਤਾ
करो। अगला है विस्मयवाचक वाक, एक्सक्लामेटरी सेंटेंस। जिस वाक विच खुशी, गमी, हैरानी, ताड़ना, फिटकार ਜਾਂ ਪ੍ਰਸ਼ੰਸਾ ਆਦि ਕੋਈ ਵੀ ਭਾਵ ਪ੍ਰਗਟ ਹੁੰਦਾ ਹੈ ਉਸ ਨੂੰ ਵਿਸਮयवाचक ਵਾਕ ਕਿਹਾ ਜਾਂਦਾ ਹੈ। ਜਿਵੇਂ ਹਾਏ ਮੈਂ ਲੁੱਟਿਆ ਗਿਆ, ਕਿੰਨਾ ਸੋਹਣਾ ਫੁੱਲ ਹੈ ਆਦਿ। ਅਗਲਾ ਹੈ ਇੱਛਾ ਸੂਚਕ ਵਾਕ। ਜਿਨ੍ਹਾਂ ਵਾਕਾਂ ਵਿੱਚ ਕੋਈ ਦਿਲੀ ਇੱਛਾ ਪ੍ਰਗਟਾਈ ਜਾਵੇ ਉਹਨਾਂ ਨੂੰ ਇੱਛਾ ਸੂਚਕ ਵਾਕ ਕਿਹਾ ਜਾਂਦਾ ਹੈ। ਜਿਵੇਂ ਪਰਮਾਤਮਾ ਤੈਨੂੰ ਸਿਹਤ ਬਖਸ਼ੇ, ਤੂੰ ਬੁੱਢ ਸੁਹਾਗਣ ਹੋਵੇਂ। ਤਾਂ ਦੋਸਤੋ ਇਹ ਸਨ ਸਾਡੇ ਵਾਕ ਦੀਆਂ ਕਿਸਮਾਂ ਜਿਨ੍ਹਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਅੱਗੇ ਦਾ ਵਿਸ਼ਾ ਇਸ ਨਾਲ ਜੁੜਿਆ ਹੋਇਆ ਹੈ, ਉਹ ਹੈ ਵਾਕ ਵਟਾਂਦਰਾ। ਅਰਥਾਂ ਵਿੱਚ ਫਰਕ ਪਾਏ ਬਗੈਰ ਕਿਸੇ ਵਾਕ ਦੇ ਵਿਆਕਰਣਕ ਰੂਪ ਨੂੰ ਬਦਲ ਦੇਣ ਦੀ ਕਿਰਿਆ ਨੂੰ ਵਾਕ ਵਟਾਂਦਰਾ ਕਿਹਾ ਜਾਂਦਾ ਹੈ। ਭਾਵ ਇੱਕ ਵਾਕ ਦੀ ਕਿਸਮ ਨੂੰ ਦੂਜੀ ਵਾਕ ਕਿਸਮ ਵਿੱਚ ਬਦਲਿਆ ਜਾਂਦਾ ਹੈ। ਜਿਵੇਂ ਹਾਂ ਵਾਚਕ ਵਾਕ ਨੂੰ ਨਾਂ ਵਾਚਕ ਵਾਕ ਵਿੱਚ ਬਦਲਣਾ, ਮਿਸ਼ਰਿਤ ਵਾਕ ਨੂੰ ਸੰਯੁਕਤ ਵਾਕ ਵਿੱਚ ਬਦਲਣਾ, ਸੰਯੁਕਤ ਵਾਕ ਨੂੰ ਸਰਲ ਵਾਕ ਵਿੱਚ ਬਦਲਣਾ। ਭਾਵ ਕਿਸੇ ਵੀ ਇੱਕ ਕਿਸਮ ਨੂੰ ਦੂਜੀ ਕਿਸਮ ਵਿੱਚ ਬਦਲਣਾ ਵਾਕ ਵਟਾਂਦਰਾ ਅਖਵਾਉਂਦਾ ਹੈ। ਅੱਗੇ ਕੁਝ ਉਦਾਹਰਨਾਂ ਰਾਹੀਂ ਤੁਹਾਨੂੰ ਸਪਸ਼ਟ ਹੋ ਜਾਵੇਗਾ। ਆਓ ਦੇਖੀਏ। ਸਧਾਰਨ ਵਾਕ ਤੋਂ ਮਿਸ਼ਰਿਤ ਵਾਕ। ਸਧਾਰਨ ਵਾਕ, ਅਸੀਂ ਭਾਰਤ ਦੇ ਮੈਚ ਹਾਰਨ ਦੀ ਖਬਰ ਸੁਣ ਕੇ ਬਹੁਤ ਦੁਖੀ ਹੋਏ। ਮਿਸ਼ਰਿਤ ਵਾਕ, ਜਦੋਂ ਅਸੀਂ ਭਾਰਤ ਦੇ ਮੈਚ ਹਾਰਨ ਦੀ ਖਬਰ ਸੁਣੀ ਤਾਂ ਅਸੀਂ ਬਹੁਤ ਦੁਖੀ ਹੋਏ। ਸਧਾਰਨ ਵਾਕ, ਉਸਨੇ ਮੇਰੀ ਲਿਖੀ ਕਵਿਤਾ ਸੁਣਾਈ। ਇਸ ਦਾ ਮਿਸ਼ਰਿਤ ਵਾਕ ਕੀ ਹੋਵੇਗਾ? ਉਸਨੇ ਉਹ ਕਵਿਤਾ ਸੁਣਾਈ ਜਿਹੜੀ ਮੈਂ ਲਿਖੀ ਸੀ। ਸਧਾਰਨ ਵਾਕ, ਅਗਲੇ ਮਹੀਨੇ ਮੈਂ ਤੁਹਾਡੇ ਕੋਲ ਆਉਣ ਦਾ ਵਾਅਦਾ ਕਰਦਾ ਹਾਂ। ਤੇ ਇਸੇ ਵਾਕ ਦਾ ਮਿਸ਼ਰਿਤ ਵਾਕ, ਮੈਂ ਵਾਅਦਾ ਕਰਦਾ ਹਾਂ ਕਿ ਮੈਂ ਅਗਲੇ ਮਹੀਨੇ ਤੁਹਾਡੇ ਕੋਲ ਆਵਾਂਗਾ। ਇਸ ਤਰ੍ਹਾਂ ਅਸੀਂ ਮਿਸ਼ਰਿਤ ਵਾਕ ਤੋਂ ਸੰਯੁਕਤ ਵਾਕਾਂ ਨੂੰ ਦੇਖੀਏ ਤਾਂ ਮਿਸ਼ਰਿਤ ਵਾਕ ਹੈ ਸਾਡੇ ਕੋਲ ਰਾਮੂ ਆ ਗਿਆ ਕਿਉਂਕਿ ਸ਼ਾਮੂ ਚਲਾ ਗਿਆ। ਤਾਂ ਇਸੇ ਵਾਕ ਦਾ ਸੰਯੁਕਤ ਵਾਕ ਕੀ ਹੋਵੇਗਾ? ਰਾਮੂ ਆ ਗਿਆ ਅਤੇ ਸ਼ਾਮੂ ਚਲਾ ਗਿਆ। ਉਸੇ ਤਰ੍ਹਾਂ ਮਿਸ਼ਰਿਤ ਵਾਕ, ਜੋਤੀ ਸਿਨੇਮਾ ਚਲੀ ਗਈ ਕਿਉਂਕਿ ਉਸਨੇ ਘਰ ਦਾ ਕੰਮ ਮੁਕਾ ਲਿਆ ਸੀ। ਤਾਂ ਇਸੇ ਵਾਕ ਦਾ ਸੰਯੁਕਤ ਵਾਕ, ਜੋਤੀ ਨੇ ਘਰ ਦਾ ਕੰਮ ਮੁਕਾਇਆ ਤੇ ਉਹ ਸਿਨੇਮਾ ਚਲੀ ਗਈ। ਮਿਸ਼ਰਿਤ ਵਾਕ, ਜੇ ਤੁਸੀਂ ਚੋਰੀ ਕਰਨੋਂ ਨਾ ਹਟੇ ਤਾਂ ਤੁਹਾਨੂੰ ਮਾਰ ਪਵੇਗੀ। ਸੰਯੁਕਤ ਵਾਕ, ਚੋਰੀ ਕਰਨਾ ਛੱਡ ਦਿਓ, ਤੁਹਾਨੂੰ ਮਾਰ ਪਵੇਗੀ। ਇਸੇ ਤਰ੍ਹਾਂ ਦੋਸਤੋ ਸਧਾਰਨ ਵਾਕ ਤੋਂ ਸੰਯੁਕਤ ਵਾਕ ਵਿੱਚ ਵਟਾਂਦਰਾ ਦੇਖੀਏ ਤਾਂ ਸਧਾਰਨ ਵਾਕ ਹੈ ਸਾਡੇ ਕੋਲ ਘਰ ਜਾ ਕੇ ਉਸਨੇ ਰੋਟੀ ਖਾਧੀ। ਤਾਂ ਇਸ ਦਾ ਸੰਯੁਕਤ ਵਾਕ ਬਣੇਗਾ ਉਹ ਘਰ ਗਿਆ ਅਤੇ ਉਸਨੇ ਰੋਟੀ ਖਾਧੀ। ਸਧਾਰਨ ਵਾਕ, ਉਹ ਗਰੀਬ ਹੁੰਦਿਆਂ ਹੋਇਆ ਵੀ ਬੜਾ ਦਾਨੀ ਹੈ। ਇਸ ਦਾ ਸੰਯੁਕਤ ਵਾਕ, ਉਹ ਗਰੀਬ ਹੈ ਫਿਰ ਵੀ ਉਹ ਦਾਨੀ ਹੈ। ਸਧਾਰਨ ਵਾਕ, ਮੈਂ ਰੋਟੀ ਖਾਂਦੇ ਹੀ ਬਾਹਰ ਨਿਕਲ ਗਿਆ। ਤੇ ਇਸ ਦਾ ਸੰਯੁਕਤ ਵਾਕ, ਮੈਂ ਰੋਟੀ ਖਾਧੀ ਤੇ ਉਸੇ ਵੇਲੇ ਬਾਹਰ ਨਿਕਲ ਗਿਆ। ਅੱਗੇ ਵਧਦੇ ਹੋਏ ਨਾਂ ਵਾਚਕ ਤੋਂ ਹਾਂ ਵਾਚਕ ਵਾਕ ਵਿੱਚ ਬਦਲੀਏ ਤਾਂ ਨਾਂ ਵਾਚਕ, ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ। ਇਸ ਦਾ ਹਾਂ ਵਾਚਕ, ਤਾੜੀ ਦੋਹੀਂ ਹੱਥੀਂ ਹੀ ਵੱਜਦੀ ਹੈ। ਨਾਂ ਵਾਚਕ, ਜੇ ਮਿਹਨਤ ਨਹੀਂ ਕਰੋਗੇ ਤਾਂ ਪਾਸ ਨਹੀਂ ਹੋਵੋਗੇ। ਹਾਂ ਵਾਚਕ, ਜੇ ਮਿਹਨਤ ਕਰੋਗੇ ਤਾਂ ਹੀ ਪਾਸ ਹੋਵੋਗੇ। ਇਸ ਤਰ੍ਹਾਂ ਦੋਸਤੋ ਅੱਗੇ ਵਿਸਮय ਵਾਕਾਂ ਤੋਂ ਸਰਲ ਵਾਕ। ਵਿਸਮਿਕ ਵਾਕ ਹੈ ਕਾਸ਼ ਮੈਂ ਵੀ ਪੜ੍ਹਿਆ ਹੁੰਦਾ। ਤਾਂ ਇਸ ਦਾ ਸਰਲ ਵਾਕ ਕੀ ਬਣੇਗਾ? ਮੇਰੀ ਇੱਛਾ ਹੈ ਕਿ ਮੈਂ ਵੀ ਪੜ੍ਹਿਆ ਹੁੰਦਾ। ਦੋਸਤੋ ਇਹ ਸਾਰੀਆਂ ਉਦਾਹਰਨਾਂ ਤੁਸੀਂ ਸਕਰੀਨ 'ਤੇ ਦੇਖ ਸਕਦੇ ਹੋ। ਦੋਸਤੋ ਤਾਂ ਇਹ ਸੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਵਾਕ ਵੰਡ ਤੇ ਵਾਕ ਵਟਾਂਦਰਾ। ਨਵੀਂ ਵੀਡੀਓ ਵਿੱਚ ਨਵੇਂ ਵਿਸ਼ੇ ਨੂੰ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਸੁਰੱਖਿਅਤ ਰਹੋ। ਤੇ ਹਾਂ, ਜੇਕਰ ਮੇਰੀ ਵੀਡੀਓ ਪਸੰਦ ਆਵੇ ਤਾਂ ਲਾਈਕ, ਕਮੈਂਟ ਤੇ ਸ਼ੇਅਰ ਜ਼ਰੂਰ ਕਰੋ। ਤੇ ਨਵੀਂ ਵੀਡੀਓ ਨੋਟੀਫਿਕੇਸ਼ਨ ਵਾਸਤੇ ਸਬਸਕ੍ਰਾਈਬ ਬਟਨ ਦਬਾ ਕੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ। ਧੰਨਵਾਦ।